ਰਣਦੀਪ ਕੌਰ ਮੈਨੂੰ ਪੁੱਛਦੇ ਨੇ ਕਿ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਅਸੀਂ ਨਹੁੰ ਕੱਟਦੇ ਹੋ ਵਾਲ ਨਹੀਂ ਕੱਟਦੇ ਹੈ ਨਾ, ਉਹਦਾ ਕਾਰਨ ਕੀ ਹੈ। ਤਾਂ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਜੋ ਵੀ ਮੈਨੂੰ ਲੱਗਾ ਠੀਕ ਉਹਦੇ ਹਿਸਾਬ ਨਾਲ ਦੱਸ ਦਿੱਤਾ ਕਿ ਨਹੁੰ ਡਰਟੀ ਹੁੰਦੇ ਆ, ਬਟ ਹਾਊ ਟੂ ਡੀਲ ਵਿਦ ਦਿਸ ਕੁਐਸਚਨ, ਇਸ ਕੁਐਸਚਨ ਦੇ ਨਾਲ ਆਪਾਂ ਡੀਲ ਕਿੱਦਾਂ ਕਰੀਏ। ਮੈਂ ਉਹਨਾਂ ਨੂੰ ਬਕਾਇਦਾ ਪੁੱਛਿਆ ਸੀਗਾ ਕਿ ਤੁਸੀਂ ਕਿੱਦਾਂ ਚਾਹੁੰਦੇ ਆ ਮੈਨੂੰ ਜਵਾਬ ਦੇਣਾ। ਉਹ ਕਹਿੰਦੇ ਜੀ ਤੁਸੀਂ ਟੀ ਵੀ 'ਤੇ ਗੱਲ ਕਰ ਲਿਓ। ਫਿਰ ਮੈਨੂੰ ਲੱਗਾ ਕਿ ਇੰਪੋਰਟੈਂਟ ਕੁਐਸਚਨ ਆ, ਇਟ ਸ਼ੁੱਡ ਬੀ ਡੈਲਟ ਵਿਦ ਅਰਜੈਂਟਲੀ। ਅਤੇ ਫਿਰ ਇਸ ਕਰਕੇ ਮੈਨੂੰ ਲੱਗਾ ਅੱਜ ਆਪਾਂ ਗੱਲ ਕਰ ਲਈਏ। ਹੁਣ ਇਹ ਜਿਹੜਾ ਸਵਾਲ ਹੈ ਨਾ ਰਣਦੀਪ ਕੌਰ ਜੀ ਹੁਣਾਂ ਦਾ, ਇਹ ਰਣਦੀਪ ਕੌਰ ਜੀ ਹੁਣਾਂ ਦਾ ਸਵਾਲ ਇਕੱਲਿਆਂ ਦਾ ਨਹੀਂ, ਮੈਨੂੰ ਲੱਗਦਾ ਬਹੁਤ ਵਾਰੀ ਔਰ ਬੜੇ ਚਿਰਾਂ ਤੋਂ ਪੁੱਛਿਆ ਜਾ ਰਿਹਾ ਸਵਾਲ ਹੈ। ਮੈਂ ਥੋੜ੍ਹਾ ਜਿਹਾ ਵੀ ਜਦੋਂ ਇਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਉੱਤੇ ਭਾਈ ਮਸਕੀਨ ਸਾਹਿਬ ਹੁਣਾਂ ਨੇ ਵੀ ਬੋਲਿਆ ਹੋਇਆ, ਬੇਸਿਕਸ ਆਫ ਸਿੱਖੀ ਵਾਲਿਆਂ ਦੀ ਵੀ ਇੱਕ ਵੀਡੀਓ ਉਹਨਾਂ ਦੀ ਵੀ ਮਿਲੀ, ਡਾਕਟਰ ਅਮਰਜੀਤ ਸਿੰਘ ਹੁਣਾਂ ਦਾ ਵੀ ਮੈਨੂੰ ਇੱਕ ਕਲਿੱਪ ਮਿਲਿਆ, ਉਹਨਾਂ ਨੇ ਵੀ ਬੋਲਿਆ, ਔਰ ਹਰ ਕਿਸੇ ਨੇ ਬਾਖੂਬੀ ਇਸ ਦਾ ਜਵਾਬ ਦਿੱਤਾ ਹੋਇਆ ਕਿ ਅਸੀਂ ਕਿਉਂ ਵਾਲ ਜਿਹੜੇ ਆ ਉਹ ਨਹੀਂ ਕੱਟਦੇ ਪਰ ਨਹੁੰ ਕੱਟਦੇ ਆ। ਇਹਦਾ ਬੜਾ ਬਾਖੂਬੀ ਉਹਨਾਂ ਨੇ ਜਵਾਬ ਦਿੱਤਾ ਹੋਇਆ। ਸਿੱਖ ਮਿਸ਼ਨਰੀ ਸੁਸਾਇਟੀ ਦੀ ਵੈਬਸਾਈਟ ਦੇ ਉੱਤੇ ਇੱਕ ਡਾਕਟਰ ਬਰਿੰਦਰ ਕੌਰ ਹੁਣਾਂ ਦਾ ਪੇਪਰ ਵੀ ਪਿਆ ਆ, ਹੇਲ ਹੈਰ। ਉਹ ਪੇਪਰ ਬੜਾ ਸਰਕਾਸਟਿਕਲੀ ਉਹਨਾਂ ਲੋਕਾਂ ਨੂੰ ਜਵਾਬ ਦਿੰਦਾ ਜੋ ਵਾਲਾਂ ਨੂੰ ਅਨਹਾਈਜੀਨਿਕ ਦੱਸਦੇ ਨੇ, ਖਾਸ ਤੌਰ 'ਤੇ ਜਿਹੜੇ ਸਿੱਖ ਆਦਮੀਆਂ ਦੀ ਦਾੜੀ ਆ ਉਹਨੂੰ ਜੋ ਅਨਹਾਈਜੀਨਿਕ ਦੱਸਦੇ ਆ ਜਾਂ ਜੋ ਬੋਲਦੇ ਆ ਕਿ ਇਹ ਅਨਨੈਸੈਸਰੀ ਆ, ਉਹਦੇ ਵਾਸਤੇ ਉਹਨਾਂ ਨੇ ਬੜਾ ਇੱਕ ਸਰਕਾਸਟਿਕਲੀ ਜਵਾਬ ਦਿੱਤਾ ਔਰ ਉਹ ਪੇਪਰ ਮੈਨੂੰ ਬੜਾ ਵਧੀਆ ਲੱਗਾ। ਉਹ ਪੇਪਰ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਤਾਂ ਮੈਨੂੰ ਤੁਸੀਂ kirdareKhalsa@akalchannel.tv ਦੇ ਉੱਪਰ ਲਿਖ ਦਿਓ ਤਾਂ ਮੈਂ ਤੁਹਾਨੂੰ ਉਹਦਾ ਲਿੰਕ ਜਿਹੜਾ ਹੈ ਉਹ ਭੇਜ ਦੂੰਗੀ, ਜਾਂ ਉਹ ਪੇਪਰ ਵੀ ਤੁਹਾਨੂੰ ਮੈਂ ਭੇਜ ਸਕਦੀ ਹਾਂ। ਉਹ ਪੇਪਰ ਪੜ੍ਹਨ ਵਾਲਾ ਪੇਪਰ ਹੈ, ਉਹਦੇ ਵਿੱਚ ਕੁਛ ਮੈਨੂੰ ਲੱਗੀਆਂ ਕੁਛ ਬਟ ਹਰ ਕਿਸੇ ਦਾ ਆਪਣਾ ਡਿਫਰੈਂਟ ਨਜ਼ਰੀਆ ਹੁੰਦਾ, ਪਰ ਓਵਰਆਲ ਸਰਕਾਸਟਿਕਲੀ ਉਸ ਪੇਪਰ ਨੇ ਬਹੁਤ ਵਧੀਆ ਕੰਮ ਕੀਤਾ ਆ ਟੂ ਡੀਲ ਵਿਦ ਆਲ ਦਿਸ। ਔਰ ਉਹ ਪੇਪਰ ਥੋੜ੍ਹਾ ਜਿਹਾ ਹਲਕਾ ਜਿਹਾ ਟੱਚ ਵੀ ਕਰਦਾ ਆ ਜਿਹੜਾ ਨਹੁੰ ਕਿਉਂ ਕੱਟਦੇ ਆ ਔਰ ਵਾਲ ਕਿਉਂ ਨਹੀਂ ਕੱਟਦੇ, ਇਹਦੇ ਉੱਪਰ ਵੀ ਉਹਨੇ ਟੱਚ ਕੀਤਾ ਪੇਪਰ ਨੇ। ਸੋ ਉਹ ਪੇਪਰ ਵੀ ਬੜਾ ਇੰਪੋਰਟੈਂਟ ਆ। ਖੈਰ ਕਿਸੇ ਨੇ ਇਹਦਾ ਜਵਾਬ ਦਿੱਤਾ ਹੈ ਕਿ ਜਿਹੜੇ ਵਾਲ ਹੈ ਉਹ ਪੁਰਾਣਿਕ ਜਿਹੜੀ ਇੰਪੋਰਟੈਂਸ ਉਹ ਵੀ ਰੱਖਦੇ ਆ, ਜਿਹਦੇ ਵਿੱਚ ਜੋਗੀ ਭਜਨ ਸਿੰਘ ਹੁਣੀ ਜਿਹੜੇ ਹੈਗੇ ਉਹ ਵੀ ਹੈਗੇ ਆ, ਬਟ ਉਹਨਾਂ ਵੱਲ ਆਪਾਂ ਨਹੀਂ ਜਾਂਦੇ ਕਿਉਂਕਿ ਉਹਨਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਸਾਡੇ ਨਾਲ ਕੰਟਰਾਡਿਕਟ ਕਰਦੀਆਂ, ਉੱਧਰ ਆਪਾਂ ਨਹੀਂ ਜਾਂਦੇ। ਕਿਸੇ ਦਾ ਕੁਛ ਜਿਸ ਨੂੰ ਜੋ ਸਮਝ ਆਈ ਉਸਨੇ ਆਪਣੇ ਹਿਸਾਬ ਨਾਲ ਉਸਦਾ ਜਵਾਬ ਦਿੱਤਾ। ਪਰ ਅਗਰ ਇਸ ਦਾ ਇੱਕ ਜਵਾਬ ਦੇਣਾ ਹੋਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਡਾਕਟਰ ਅਮਰਜੀਤ ਸਿੰਘ ਹੁਣਾਂ ਦਾ ਜਵਾਬ ਹੈ ਨਾ ਉਹ ਬੈਸਟ ਜਵਾਬ ਹੈ। ਉਹਦੇ ਵਿੱਚ ਮੈਨੂੰ ਲੱਗਦਾ ਕਿ ਉਹ ਬੜਾ ਸਟ੍ਰੇਟ ਫਾਰਵਰਡ ਜਵਾਬ ਹੈ, ਅਤੇ ਮੈਂ ਵੀ ਅਗਰ ਉਹਦਾ ਜਵਾਬ ਦੇਣਾ ਹੋਊਗਾ ਤਾਂ ਮੈਂ ਬਕਾਇਦਾ ਇਸੇ ਤਰੀਕੇ ਨਾਲ ਹੀ ਜਵਾਬ ਦਊਂਗੀ। ਸਭ ਤੋਂ ਪਹਿਲਾ ਕਾਰਨ ਕਿ ਅਸੀਂ ਵਾਲ ਕਿਉਂ ਨਹੀਂ ਕੱਟਦੇ, ਦੋ ਅਲੱਗ-ਅਲੱਗ ਕੁਐਸਚਨ ਹੈ ਨਾ ਕਿ ਵਾਲ ਕਿਉਂ ਨਹੀਂ ਕੱਟਦੇ ਅਤੇ ਫਿਰ ਅਗਰ ਵਾਲ ਨਹੀਂ ਕੱਟਦੇ ਫਿਰ ਨਹੁੰ ਕਿਉਂ ਕੱਟਦੇ, ਦੋ ਅਲੱਗ-ਅਲੱਗ ਕੁਐਸਚਨ ਹੈ। ਵਾਲ ਕਿਉਂ ਨਹੀਂ ਕੱਟਦੇ ਕਿਉਂਕਿ ਉਹਦਾ ਸਿੱਧਾ ਸਟ੍ਰੇਟ ਫਾਰਵਰਡ ਆਨਸਰ ਉਹਦਾ ਇਹ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ। ਇਸ ਤੋਂ ਅੱਗੇ ਮੈਨੂੰ ਨਹੀਂ ਲੱਗਦਾ ਕਿ ਇਹਦੀ ਆਪਾਂ ਨੂੰ ਇਲੈਬੋਰੇਟ ਕਰਨ ਦੀ ਲੋੜ ਆ। ਕਿਉਂ ਨਹੀਂ ਕਰਨ ਦੀ ਲੋੜ? ਕਿਉਂਕਿ ਪਹਿਲਾਂ ਤਾਂ ਗੁਰਬਾਣੀ ਕਹਿੰਦੀ ਆ ਪੂਰੇ ਗੁਰੂ ਕਾ ਹੁਕਮ ਨਾ ਮਾਨੇ ਉਹ ਮਨਮੁਖ ਅਗਿਆਨ, ਹੈ ਨਾ। ਸਾਨੂੰ ਸਾਡੇ ਗੁਰੂ ਨੇ ਇੱਕ ਹੁਕਮ ਦੇ ਦਿੱਤਾ, ਆਪਾਂ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੁੰਦੇ, ਬੇਨਤੀ ਵਿੱਚ ਕਿੰਤੂ ਪਰੰਤੂ ਹੋ ਸਕਦੀ ਆ। ਮੈਂ ਤੁਹਾਨੂੰ ਕੁਛ ਰਿਕੁਐਸਟ ਕਰਾਂ, ਤੁਸੀਂ ਮੈਨੂੰ ਕਹਿ ਸਕਦੇ ਹੋ ਨਹੀਂ ਕਿਰਨ ਇਹ ਨਹੀਂ ਠੀਕ ਲੱਗ ਰਿਹਾ, ਇਹਨੂੰ ਆਪਾਂ ਤੂੰ ਕੁਛ ਮੋਲਡ ਕਰ ਲਾ, ਉਹ ਹੋ ਸਕਦਾ, ਪਰ ਜਿਹੜਾ ਹੁਕਮ ਹੋ ਗਿਆ ਉਸ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੁੰਦੀ। ਪਹਿਲੀ ਤਾਂ ਬੜਾ ਸਟ੍ਰੇਟ ਫਾਰਵਰਡ ਜਿਹਾ ਤੁਹਾਡਾ ਆਨਸਰ ਇਹ ਹੈ ਕਿ ਅਗਰ ਤੁਹਾਨੂੰ ਕੋਈ ਪੁੱਛੇ ਤੁਸੀਂ ਵਾਲ ਕਿਉਂ ਨਹੀਂ ਕੱਟਦੇ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ। ਹੁਣ ਗੁਰੂ ਦੇ ਹੁਕਮ ਦੇ ਅਨੁਸਾਰ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸਿੱਖ ਕੋਡ ਆਫ ਕੰਡਕਟ ਹੈ, ਉਹਦੇ ਵਿੱਚ 4 ਬੱਜਰ ਕਰੈਤਾਂ ਨੇ, ਹੈ ਨਾ। ਉਹਨਾਂ 4 ਬੱਜਰ ਕਰੈਤਾਂ ਦੇ ਵਿੱਚੋਂ ਜਿਹੜੀ ਇੱਕ ਹੈਗੀ ਆ ਉਹ ਰੋਮਾਂ ਦੀ ਬੇਅਦਬੀ ਆ ਕਿ ਤੁਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਹੁਣ ਬੱਜਰ ਕਰੈਤ ਉਹ ਹੁੰਦੀ ਆ ਜਿਹਨੂੰ ਪ੍ਰੋਹਿਬਿਸ਼ਨ ਆਪਾਂ ਬੋਲਦੇ ਹਾਂ। ਅਗਰ ਤੁਸੀਂ ਉਹ ਕਰ ਲੈਂਦੇ ਆ ਯਾਨੀ ਕਿ ਤੁਸੀਂ ਹੁਕਮ ਤੋਂ ਬਾਹਰ ਚਲੇ ਜਾਂਦੇ ਆ, ਔਰ ਜੇ ਤੁਸੀਂ ਹੁਕਮ ਤੋਂ ਬਾਹਰ ਜਾਂਦੇ ਆ ਤਾਂ ਫਿਰ ਤੁਹਾਨੂੰ ਪਰਮਿਸ਼ਨ ਲੈ ਕੇ ਹੀ ਵਾਪਸ ਆਉਣਾ ਪਊਗਾ। ਸੋ ਉਹਦੇ ਵਿੱਚ ਰੋਮਾਂ ਦੀ ਬੇਅਦਬੀ, ਪਰਗਮਨ ਨਹੀਂ ਕਰਨਾ, ਦੈਟ ਮੀਨਸ ਕਿ ਕਿਸੇ ਪਰਾਈ ਇਸਤਰੀ ਜਾਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ, ਤੰਬਾਕੂ ਜਾਂ ਨਸ਼ੇ ਦਾ ਸੇਵਨ ਨਹੀਂ ਕਰਨਾ, ਕੁੱਠਾ ਨਹੀਂ ਖਾਣਾ, ਇਹ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ 4 ਬੱਜਰ ਕਰੈਤ ਹੈ। ਹੁਣ ਇਹ ਹੈ ਸਾਡਾ ਸਿੱਖ ਕੋਡ ਆਫ ਕੰਡਕਟ। ਹੁਣ ਇਹਦੇ ਵਿੱਚ ਨਾ ਇਹਨੂੰ ਆਪਾਂ ਬਹੁਤੇ ਲੋਕ ਜਿਹੜੇ ਇਹਨੂੰ ਜੋੜ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਕੱਟੜਵਾਦ ਹੈ। ਬੇਸਿਕਲੀ ਇਹ ਕੱਟੜਵਾਦ ਨਹੀਂ, ਕਿਉਂਕਿ ਹਰ ਇੱਕ ਜਿਹੜੀ ਕੌਮ ਹੁੰਦੀ ਆ ਜਾਂ ਕੋਈ ਕਮਿਊਨਿਟੀ ਹੁੰਦੀ ਆ ਜਾਂ ਚਾਹੇ ਕੋਈ ਗਰੁੱਪ ਹੀ ਲਗਾ ਲਓ, ਚਾਹੇ ਉਹ ਕੋਈ ਦੇਸ਼ ਲਗਾ ਲਓ, ਚਾਹੇ ਕਿਸੇ ਤਰ੍ਹਾਂ ਦਾ ਵੀ, ਚਾਹੇ ਤੁਸੀਂ ਆਪਣੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੋਈ ਸੁਸਾਇਟੀ ਵੀ ਬਣਾਉਂਦੇ ਆ ਨਾ ਤਾਂ ਉਹਦਾ ਵੀ ਕੋਈ ਕੋਡ ਆਫ ਕੰਡਕਟ ਰੱਖਦੇ ਆ।
ਕਿ ਸਾਡੀ ਸੁਸਾਇਟੀ ਵਿੱਚ ਇਹਦੇ ਬਾਰੇ ਗੱਲ ਹੋਊਗੀ, ਸਾਡੀ ਸੁਸਾਇਟੀ ਵਿੱਚ ਇਹਦੇ ਬਾਰੇ ਗੱਲ ਨਹੀਂ ਹੋਊਗੀ। ਇਹਦਾ ਮਤਲਬ ਇਹ ਨਹੀਂ ਕਿ ਉਹ ਸੁਸਾਇਟੀ ਜਿਹੜੀ ਆ ਉਹ ਕੱਟੜ ਹੋ ਗਈ, ਸਿਰਫ ਉਹਨਾਂ ਨੇ ਆਪਣੇ ਕੋਡ ਆਫ ਕੰਡਕਟ ਡਰਾ ਕਰ ਲਏ ਔਰ ਉਹਦੇ ਉੱਤੇ ਉਹ ਗੱਲ ਕਰ ਰਹੇ ਆ, ਦੈਟਸ ਇਟ। ਇੰਨੀ ਕੀ ਕਹਾਣੀ ਆ, ਹੋਰ ਕੋਈ ਇੱਕ ਵੱਡੀ ਗੱਲ ਨਹੀਂ ਹੁੰਦੀ ਕਿ ਉਹ ਬੰਦੇ ਜਿਹੜੇ ਆ ਉਹ ਕੱਟੜ ਹੋ ਜਾਂਦੇ ਆ ਜਾਂ ਕੱਟੜ ਨਹੀਂ ਹੋ ਜਾਂਦੇ। ਨੋ, ਇਹ ਸਿਰਫ ਇੱਕ ਕੋਡ ਆਫ ਕੰਡਕਟ ਦੀ ਗੱਲ ਹੁੰਦੀ ਆ, ਹੈ ਨਾ। ਸਾਡਾ ਇੱਕ ਆਪਣਾ ਕੋਡ ਆਫ ਕੰਡਕਟ ਹੈ, ਮੁਸਲਮਾਨਾਂ ਦਾ ਆਪਣਾ ਕੋਡ ਆਫ ਕੰਡਕਟ ਹੈ, ਕ੍ਰਿਸਚਨਸ ਦਾ ਆਪਣਾ ਕੋਡ ਆਫ ਕੰਡਕਟ ਹੈ, ਹਰ ਬੰਦੇ ਦਾ ਆਪਣਾ ਆਪਣਾ ਜਿਹੜਾ ਕੋਡ ਆਫ ਕੰਡਕਟ ਹੈਗਾ ਆ। ਤੁਸੀਂ ਕਿਸੇ ਮੁਸਲਮਾਨ ਨੂੰ ਪੁੱਛਿਓ ਕਿ ਉਹ ਜਿਹੜਾ ਕਈ ਜਿਹੜੇ ਮੁਸਲਮਾਨ ਨੇ ਉਹ ਪਹੁੰਚਾ ਜਿਹੜਾ ਉੱਚਾ ਕਰਕੇ ਪਾਉਂਦੇ ਆ, ਜਦੋਂ ਵੀ ਤੁਸੀਂ ਪੁੱਛਿਓ ਉਹਨਾਂ ਨੂੰ ਕਿ ਉਹ ਕਿਉਂ ਪਾਉਂਦੇ ਆ, ਉਹ ਕਾਜਲ ਲਾਉਂਦੇ ਆ ਕਿਉਂ ਲਾਉਂਦੇ ਆ, ਉਹ ਜਿਹੜੀ ਦਾੜੀ ਆ ਉਹ ਆਪਣੀ ਮੁੱਛਾਂ ਨਹੀਂ ਰੱਖਦੇ ਕਿਉਂ ਕਰਦੇ ਆ, ਤਾਂ ਉਹ ਕਹਿੰਦੇ ਨੇ ਕਿ ਸਾਡੇ ਮੁਹੰਮਦ ਸਾਹਿਬ ਜਿਹੜੇ ਉਹਨਾਂ ਦੇ ਪੈਗੰਬਰ ਨੇ ਉਹ ਇਸ ਤਰ੍ਹਾਂ ਕਰਦੇ ਸੀਗੇ। ਹੁਣ ਮੁਹੰਮਦ ਸਾਹਿਬ ਪੀਸ ਬੀ ਅਪੋਨ ਹਿਮ, ਕਿਉਂਕਿ ਉਹ ਇੱਦਾਂ ਹੀ ਬੋਲਦੇ, ਆਪਾਂ ਨੂੰ ਇੱਦਾਂ ਹੀ ਬੋਲਣਾ ਚਾਹੀਦਾ। ਅਗਰ ਉਹ ਉਸ ਤਰੀਕੇ ਨੂੰ ਉਹਨੂੰ ਆਪਣੇ ਕੋਡ ਆਫ ਕੰਡਕਟ ਮੰਨ ਕੇ ਚੱਲ ਰਹੇ ਨੇ ਅਤੇ ਉਹਦੇ ਉੱਤੇ ਕਿੰਤੂ ਕਰਨਾ ਮੈਨੂੰ ਲੱਗਦਾ ਕਿ ਥੋੜ੍ਹੀ ਬੇਵਕੂਫੀ ਆ, ਹੈ ਨਾ। ਕਿਉਂਕਿ ਅਗਰ ਉਹ ਪਹੁੰਚਾ ਉੱਚਾ ਪਾ ਰਹੇ ਨੀਵਾਂ ਪਾ ਰਹੇ, ਤੁਹਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਬਿਕਾਜ਼ ਦੈਟ ਇਜ਼ ਨਾਟ ਹਾਰਮਿੰਗ ਯੂ। ਤੁਹਾਨੂੰ ਕੋਈ ਮੁਸ਼ਕਿਲ ਦੇ ਵਿੱਚ ਨਹੀਂ ਪਾ ਰਿਹਾ, ਹੈ ਨਾ, ਪਰ ਉਹਨਾਂ ਦੀ ਆਪਣੀ ਕੋਡ ਆਫ ਕੰਡਕਟ ਹੈ। ਇਸੇ ਤਰੀਕੇ ਨਾਲ ਤੁਸੀਂ ਕ੍ਰਿਸਚਨਸ ਨੂੰ ਪੁੱਛੋ ਤਾਂ ਕ੍ਰਿਸਚੈਨਿਟੀ ਦੇ ਵਿੱਚ ਜਿਹੜੀ ਹੀਬਰੂ ਬਾਈਬਲ ਦੀ ਡਿਓਟਰੋਨੋਮੀ ਬੁੱਕ ਹੈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ। ਪੋਰਕ ਤੁਸੀਂ ਨਹੀਂ ਖਾ ਸਕਦੇ, ਚਿਕਨ ਤੁਸੀਂ ਖਾ ਸਕਦੇ ਹੋ। ਹੁਣ ਤੁਸੀਂ ਉਹਨਾਂ ਨੂੰ ਅਗਰ ਆਪਾਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਚਿਕਨ ਤਾਂ ਖਾ ਲੈਂਦੇ ਹੋ, ਫਿਰ ਪੋਰਕ ਕਿਉਂ ਨਹੀਂ ਖਾਂਦੇ? ਬਿਕਾਜ਼ ਦੈਟ ਇਜ਼ ਦੇਅਰ ਕੋਡ ਆਫ ਕੰਡਕਟ। ਉਹਨੂੰ ਉਹ ਕਿਸੇ ਤਰੀਕੇ ਨਾਲ ਮਰਜ਼ੀ ਕਹਿਣ ਕਿ ਉਹ ਅਨਕਲੀਨ ਹੈ ਜਾਂ ਉਹ ਕਲੀਨ ਹੈ, ਬਟ ਦੈਟ ਇਜ਼ ਦੇਅਰ ਕੋਡ ਆਫ ਕੰਡਕਟ। ਕੁਛ ਲੋਕ ਜਿਹੜੇ ਪੋਰਕ ਖਾਂਦੇ ਆ, ਕੁਛ ਨਹੀਂ ਖਾਂਦੇ, ਨਾਟ ਮਤਲਬ ਕ੍ਰਿਸਚਨਸ ਨਹੀਂ, ਬਟ ਜਿਹੜੇ ਹੋਰ ਖਾਂਦੇ ਆ। ਹੁਣ ਉਹਨਾਂ ਨੂੰ ਪੁੱਛੋ ਤੁਸੀਂ ਕਿਉਂ ਖਾਂਦੇ ਹੋ, ਅਤੇ ਉਹਨਾਂ ਦਾ ਆਪਣਾ ਕੋਈ ਇੱਕ ਆਈਡੀਆ ਹੋਊਗਾ। ਸੋ ਇਹ ਹਰ ਇੱਕ ਕਮਿਊਨਿਟੀ ਦਾ ਆਪਣਾ ਆਪਣਾ ਕੋਡ ਆਫ ਕੰਡਕਟ ਹੋਇਆ ਕਰਦਾ। ਉਸ ਕੋਡ ਆਫ ਕੰਡਕਟ ਦੇ ਜ਼ਰੀਏ ਹੀ ਜਿਹੜੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਬਣਦੀ ਆ, ਹੈ ਨਾ। ਤੁਸੀਂ ਮੇਰੇ ਨਾਲ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਸਾਡੇ 'ਚ ਕੁਝ ਇੱਕ ਰੈਲੇਵੈਂਟ ਚੀਜ਼ ਹੈਗੀ ਹੈ ਜੋ ਸਾਨੂੰ ਜੋੜ ਰਹੀ ਆ। ਹੁਣ ਉਹ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਨਾ, ਉਹ ਬਕਾਇਦਾ ਜਦੋਂ ਆਪਾਂ ਇੱਕੋ ਜਿਹੇ ਹੁੰਦੇ ਹਾਂ ਉਦੋਂ ਆਉਂਦੀ ਹੁੰਦੀ ਆ। ਸੋ ਇਹਨੂੰ ਆਪਾਂ ਬੜਾ ਸਿੰਪਲ ਜਿਹੀ ਫਿਲੋਸਫੀ ਦੇ ਵਿੱਚ ਸਮਝੀਏ ਤਾਂ ਇੱਕ ਇਹ ਆ ਕਿ ਇਹ ਸਾਡੇ ਗੁਰੂ ਦਾ ਹੁਕਮ ਹੈ। ਅਸੀਂ ਆਪਣੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਜੋ ਸਾਨੂੰ ਸਿੱਖ ਕੋਡ ਆਫ ਕੰਡਕਟ ਦਿੱਤਾ ਗਿਆ, ਅਸੀਂ ਉਹਦੇ ਬਕਾਇਦਾ ਉਹਦੇ ਬਰਾਬਰ ਅਸੀਂ ਚੱਲਦੇ ਹਾਂ। ਸਾਡੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੁੰਦਾ ਕਿ ਤੁਸੀਂ ਨਹੁੰ ਨਹੀਂ ਕੱਟਣੇ, ਤਾਂ ਅਸੀਂ ਉਹ ਵੀ ਨਾ ਕੱਟਦੇ, ਪਰ ਉਹਨੇ ਨਹੀਂ ਹੁਕਮ ਦਿੱਤਾ।